ਤਿੰਨ ਕਾਨੂੰਨੀ ਬਿੱਲਾਂ ਉੱਤੇ ਸੁਪਰੀਮ ਕੋਰਟ ਦਾ ਇੱਕ ਅਹਿਮ ਫੈਸਲਾ ਆਇਆ ਹੈ, ਜਿਸ ਦੇ ਵਿੱਚ ਉਹਨਾਂ ਨੇ ਇਸ ਬਿੱਲਾਂ ਉੱਤੇ ਰੋਕ ਲਗਾ ਦਿੱਤੀ ਹੈ, ਜਿਸ ਦੇ ਚੱਲਦੇ ਹੋਏ ਆਮ ਸਥਾਨਿਕ ਵਸਨੀਕ ਹੈ ਨੰਗਲ ਦੇ ਕੀ ਸੋਚਦੇ ਨੇ ਉਹ ਤੁਹਾਨੂੰ ਦੱਸਦੇ ਹਾਂ। ਫਿਲਹਾਲ ਸਾਡੇ ਨਾਲ ਮੌਜੂਦ ਨੇ ਪਰਮਜੀਤ ਸਿੰਘ ਪੰਮਾ। ਸਰ, ਕਿਵੇਂ ਦੇਖਦੇ ਹੋ ਸੁਪਰੀਮ ਕੋਰਟ ਦੀ ਜੋ ਜਜਮੈਂਟ ਆਈ ਹੈ ਕਿ ਇਹਨਾਂ ਬਿੱਲਾਂ ਤੇ ਰੋਕ ਲਗਾ ਦਿੱਤੀ ਗਈ ਹੈ, ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਜੋ ਸਨਮਾਨਯੋਗ ਸੁਪਰੀਮ ਕੋਰਟ ਨੇ ਰੋਕ ਲਾਈ ਆ, ਅਸੀਂ ਉਸ ਦਾ ਸਵਾਗਤ ਕਰਦੇ, ਕਿਉਂਕਿ ਜਿਹੜਾ ਫੈਸਲਾ ਸਰਕਾਰਾਂ ਨੂੰ ਚੱਕਣਾ ਚਾਹੀਦਾ ਸੀ ਉਹ ਅਦਾਲਤਾਂ ਨੂੰ ਚੱਕਣਾ ਪਿਆ। ਕਿਉਂਕਿ ਜਦੋਂ ਦੇਸ਼ ਦੇ ਵਿੱਚ ਬੈਠੇ ਸ਼ਾਸਕ ਆ ਜਿਹੜੇ ਉਹ ਆਪਣੀ ਡਿਊਟੀ ਰੋਲ ਪਲੇ ਕਰਨ ਦੇ ਵਿੱਚ ਅਸਮਰਥ ਹੋ ਜਾਂਦੇ ਜਾਂ ਅਸਫਲ ਹੋ ਜਾਂਦੇ, ਉਦੋਂ ਅਦਾਲਤਾਂ ਨੂੰ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਪੈਂਦਾ। ਸੁਪਰੀਮ ਕੋਰਟ ਦੇ ਜਿਹੜਾ ਫੈਸਲਾ ਹੈ ਉਹਨਾਂ ਦਾ ਸਨਮਾਨ ਕਰਦੇ ਤੇ ਸਵਾਗਤ ਵੀ ਕਰਦੇ, ਪਰ ਇਸ ਦੇ ਨਾਲ ਇਹ ਕਹਿੰਦੇ ਕਿ ਸੁਪਰੀਮ ਕੋਰਟ ਦੇ ਜਿਹੜਾ ਫੈਸਲਾ ਅੱਜ ਆਇਆ ਹੈ, ਇਸ ਫੈਸਲੇ ਤੋਂ ਇਸ ਪਬਲਿਕ ਨੂੰ, ਆਮ ਪਬਲਿਕ ਨੂੰ, ਦੇਸ਼ ਵਾਸੀਆਂ ਨੂੰ ਤੇ ਵਰਲਡ ਲੈਵਲ ਨੂੰ ਇਹ ਜ਼ਰੂਰ ਪਤਾ ਲੱਗ ਗਿਆ ਕਿ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਏ ਗਏ ਸੀ ਉਹ ਸੱਚਮੁੱਚ ਹੀ ਕਾਲੇ ਕਾਨੂੰਨ ਬਣਾਏ ਗਏ ਸੀ। ਜੇ ਉਹਨਾਂ ਕਾਨੂੰਨਾਂ ਦੇ ਵਿੱਚ ਕਮੀ ਨਾ ਹੁੰਦੀ ਤਾਂ ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਅਦਾਲਤ ਹੈ ਉਹ ਇਹ 'ਤੇ ਰੋਕ ਨਾ ਲਾਉਂਦੀ। ਇਹ ਰੋਕ ਲਾਣਾ ਜਿੱਥੇ ਕਿਸਾਨ ਜਥੇਬੰਦੀਆਂ ਦੀ ਜਿੱਤ ਹੈ, ਜਿੱਥੇ ਆਮ ਪੰਜਾਬੀਆਂ ਦੀ ਜਿੱਤ ਹੈ, ਜਿੱਥੇ ਦੇਸ਼ ਵਾਸੀਆਂ ਦੀ ਜਿੱਤ ਹੈ, ਜਿੱਥੇ ਸਮੂਹ ਹਰਿਆਣਵੀ ਭਰਾਵਾਂ ਦੀ ਜਿੱਤ ਹੈ, ਉੱਥੇ ਨਾਲ ਹੀ ਇੱਕ ਤਮਾਚਾ ਵੱਜਿਆ ਕੇਂਦਰ ਸਰਕਾਰ ਤੇ ਕਿ ਕੇਂਦਰ ਸਰਕਾਰ ਨੂੰ ਲੋਕ ਵਿਰੋਧੀ ਫੈਸਲੇ ਨਹੀਂ ਚਾਹੀਦੇ। ਗੈਰ ਕਾਨੂੰਨੀ ਜਿਹੜੇ ਫੈਸਲੇ ਹੁੰਦੇ, ਕਾਨੂੰਨ ਦੇ ਵਿਰੁੱਧ ਜਿਹੜੇ ਫੈਸਲੇ ਹੁੰਦੇ, ਉਹ ਇਹੋ ਜਿਹੇ ਫੈਸਲੇ ਪਾਰਲੀਮੈਂਟ 'ਚ ਮੈਜੋਰਟੀ ਹੋਣ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਹਾਡੀ ਲੋਕ ਸਭਾ ਦੇ ਵਿੱਚ ਮੈਜੋਰਟੀ ਹੈ ਤਾਂ ਤੁਸੀਂ ਗਲਤ ਫੈਸਲੇ ਲਓ। ਇਸ ਕਰਕੇ ਮਾਨਯੋਗ ਅਦਾਲਤ ਨੇ ਅੱਜ ਜਿੱਥੇ ਇਹ ਫੈਸਲਾ ਦੇ ਕੇ ਸੁਪਰੀਮ ਕੋਰਟ ਦੀ ਜਿਹੜੀ ਸਰਵ ਉੱਚਤਾ ਦਿਖਦੀ ਹੈ, ਉਸ ਦੇ ਨਾਲ ਇਹ ਜਿਹੜੀ ਮੋਦੀ ਸਰਕਾਰ ਹੈ, ਇਹ ਮੋਦੀ ਸਰਕਾਰ ਦੀ ਇਹਦੇ ਵਿੱਚ ਨਲਾਇਕੀ ਦਿਖਦੀ ਹੈ। ਕਿਉਂਕਿ ਲੋਕ 70 ਦੇ ਕਰੀਬ ਜਾਨਾਂ ਜਾ ਚੁੱਕੀਆਂ, ਬਹੁਤ ਜ਼ਿਆਦਾ ਬਿਜ਼ਨਸ ਵੀ ਨੁਕਸਾਨ ਹੋਇਆ, ਕਿਸਾਨ ਭਰਾ ਠੰਡਾਂ ਦੇ ਵਿੱਚ ਮਰ ਰਹੇ, ਆਮ ਲੋਕ ਵੀ ਪ੍ਰਭਾਵਿਤ ਹੈ ਇਸ ਤੋਂ। ਸਾਡਾ ਸਾਰਾ ਪੰਜਾਬ, ਸਾਡਾ ਦੇਸ਼ ਇਸ ਤੋਂ ਚਿੰਤਤ ਹੈ ਤੇ ਮੋਦੀ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਹੈ। ਤੇ ਇਹੋ ਜਿਹੇ ਜਿਹੜੇ ਫੈਸਲੇ ਆਉਣ ਵਾਲੇ ਸਮੇਂ ਦੇ ਵਿੱਚ ਲੈਣੇ ਨਹੀਂ ਚਾਹੀਦੇ ਤਾਂ ਜੋ ਲੋਕਾਂ ਦਾ ਵੀ ਟਾਈਮ ਨਾ ਬਰਬਾਦ ਹੋ ਸਕੇ। ਜਿਹੜੀਆਂ ਅਣਹੋਣੀਆਂ ਮੌਤਾਂ ਹੈ, ਜਿਹੜੀਆਂ ਨਾ ਹੋਣ ਵਾਲੀਆਂ ਮੌਤਾਂ ਸੀ ਉਹ ਹੋ ਗਈਆਂ, ਉਹ ਵੀ ਨਾ ਹੋ ਸਕਣ ਤੇ ਦੇਸ਼ ਦੀ ਜਿਹੜੀ ਪ੍ਰਣਾਲੀ ਹੈ ਸੁਚਾਰੂ ਰੂਪ ਨਾਲ ਚੱਲ ਸਕੇ। ਅਸੀਂ ਅੰਤ ਦੇ ਵਿੱਚ ਕਹਿੰਦੇ ਵੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਬਹੁਤ ਚੰਗਾ ਫੈਸਲਾ ਹੈ। ਅੱਗੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣਾ ਹੈ ਕਿ ਇਹ ਤੋਂ ਬਾਅਦ ਹੁਣ ਕੀ ਕਰਨਾ, ਪਰ ਇਹਦੇ ਨਾਲ ਮੋਦੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਅਸੀਂ ਕਿਸਾਨਾਂ ਦੇ ਵਿਰੋਧੀ ਫੈਸਲਾ ਲਿਆ ਸੀ। ਪੰਮਾ ਜੀ, ਇਹ ਵੀ ਜਾਣਨਾ ਚਾਹਾਂਗੇ, ਹਿੰਦੁਸਤਾਨ ਦੇ ਇਤਿਹਾਸ 'ਚ ਇੱਕ ਇਤਿਹਾਸਿਕ ਫੈਸਲਾ ਜੋ ਸੁਪਰੀਮ ਕੋਰਟ ਨੇ ਆਪਣੀ ਫੈਸਲਾ ਲਿਆ ਕਿ ਇਸ ਤਿੰਨ ਕਾਨੂੰਨੀ ਬਿੱਲਾਂ ਉੱਤੇ ਰੋਕ ਲਾਈ ਜਾਵੇ। ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕਿਸਾਨਾਂ ਦੀ ਹੈ ਇਸ ਦੇ ਵਿੱਚ ਜਿੱਤ ਤੁਹਾਨੂੰ ਲੱਗਦੀ ਹੈ ਕਿ ਕਿਸਾਨ ਜਿੱਤ ਵੱਲ ਵੱਧ ਰਹੇ ਨੇ? ਕਿਉਂਕਿ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਅੜੀ ਹੋਈ ਸੀਗੀ ਤੇ ਸੁਪਰੀਮ ਕੋਰਟ ਦੇ ਰੋਕ ਤੋਂ ਬਾਅਦ ਕਿਤੇ ਨਾ ਕਿਤੇ ਜਿੱਤ ਹੈ ਕਿਸਾਨਾਂ ਦੀ। ਦੇਖੋ, ਜਿੱਤ ਹੈ ਪਰ ਇਹ ਪੂਰਨ ਰੂਪ ਦੇ ਵਿੱਚ ਜਿੱਤ ਨਹੀਂ ਹੈ। ਕਿਉਂਕਿ ਇਹਦੇ 'ਚ ਮੈਂ ਐਡਵੋਕੇਟ ਹੋਣ ਦੇ ਨਾਤੇ ਕਹਿਣਾ ਚਾਹੁੰਦਾ, ਅਸੀਂ ਕਿਉਂਕਿ ਅਦਾਲਤ ਦਾ ਸਨਮਾਨ ਕਰਦੇ ਹਾਂ, ਜੇ ਵਕੀਲ ਦਾ ਸਨਮਾਨ ਕਰਨ ਹੋਰ ਕਿਹਨੇ ਕਰਨਾ, ਪਰ ਜਿੱਤ ਹੈ ਪਰ ਪੂਰਨ ਜਿੱਤ ਨਹੀਂ ਹੈ। ਪੂਰਨ ਜਿੱਤ ਉਦਣ ਹੋਏਗੀ ਜਿੱਦਣ ਕਾਨੂੰਨ ਰੱਦ ਹੋਣਗੇ। ਜਦੋਂ ਰੋਕੇ ਲੱਗ ਗਈ, ਜਦੋਂ ਮਾਨਯੋਗ ਅਦਾਲਤ ਨੇ ਫੈਸਲਾ ਲੈ ਲਿਆ, ਹੁਣ ਤਾਂ ਇੱਕ ਤਰ੍ਹਾਂ ਦਾ ਮੋਰਲ ਤੌਰ ਤੇ, ਨੈਤਿਕ ਤੌਰ ਤੇ ਮੋਦੀ ਸਾਹਿਬ ਨੂੰ ਸੋਚਣਾ ਚਾਹੀਦਾ, ਇਹਨਾਂ ਦੀ ਕੈਬਨਿਟ ਨੂੰ ਸੋਚਣਾ ਚਾਹੀਦਾ। ਜਿਸ ਮਹਾਨ ਅਦਾਲਤ ਨੇ, ਜਿਸ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਕਹਿ ਦਿੱਤਾ ਵੀ ਕਾਨੂੰਨ ਗਲਤ ਹੈ, ਵੀ ਇਹ 'ਤੇ ਰੋਕ ਲਾਈ ਜਾਵੇ, ਤੇ ਤੁਸੀਂ ਕਿਸਾਨਾਂ ਨੂੰ ਕਿਉਂ ਨਹੀਂ ਪੁੱਛਿਆ? ਤੁਸੀਂ ਕਿਸਾਨਾਂ ਨੂੰ ਕਾਲੇ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਉਂ ਨਹੀਂ ਉਹਨੂੰ ਸ਼ਾਮਲ ਕੀਤਾ ਗਿਆ? ਉਹਨਾਂ ਦੀ ਸਲਾਹਾਂ ਕਿਉਂ ਨਹੀਂ ਲਈਆਂ ਗਈਆਂ? IAS ਆਫੀਸਰ, ਐਗਰੀਕਲਚਰਿਸਟ, ਇਕੋਨੋਮਿਸਟ ਕਿਉਂ ਨਹੀਂ ਸਲਾਹ ਲਈਆਂ ਗਈਆਂ ਕਾਨੂੰਨ ਬਣਾਉਣ ਤੋਂ ਪਹਿਲਾਂ? ਇਸ ਕਰਕੇ ਜਿੱਤ ਹੈ ਪਰ ਹਜੇ ਪੂਰਨ ਜਿੱਤ ਨਹੀਂ ਹੈ, ਕਿਉਂਕਿ ਜਿਹੜੀ ਸਰਕਾਰ ਦਾ ਅੜੀਅਲ ਰਵੱਈਆ ਹੈ ਉਹ ਸੁਪਰੀਮ ਕੋਰਟ ਨੇ ਉਹਨੂੰ ਰੋਕਿਆ ਤਾਂ ਹੈ, ਪਰ ਸੁਪਰੀਮ ਕੋਰਟ ਇੱਕ ਤਰ੍ਹਾਂ ਦਾ ਲੋਕ ਸਭਾ ਤੋਂ ਉੱਪਰ ਨਹੀਂ ਹੈ। ਹਜੇ ਇਹ ਜਿਹੜਾ ਫੈਸਲਾ ਹੈ ਅੰਤਰਿਮ ਫੈਸਲਾ ਕਿਹਾ ਜਾ ਸਕਦਾ ਕਿ ਕੁਛ ਰਾਹਤ ਹੈ, ਪਰ ਜਿਹੜਾ ਪੱਕਾ ਫੈਸਲਾ ਹੈ ਮੋਦੀ ਸਰਕਾਰ ਨੂੰ ਹੁਣ ਇੱਕ ਸ਼ਰਮਸਾਰ ਹੋਏਗੀ, ਉਹਨੂੰ ਇੱਕ ਸ਼ਰਮ ਕਰ ਲੈਣੀ ਚਾਹੀਦੀ। ਜਦੋਂ ਮਾਨਯੋਗ ਅਦਾਲਤ ਕਹਿ ਰਹੀ ਦੇਸ਼ ਦੀ ਕਿ ਇਹ ਕਾਨੂੰਨ ਗਲਤ ਹੈ ਤਾਂ ਸਰਕਾਰ ਨੂੰ ਅੜੀਅਲ ਰਵੱਈਆ ਨਹੀਂ ਚਾਹੀਦਾ। ਕਿਉਂਕਿ ਇਹ ਜਿਹੜੇ ਜਦੋਂ ਕਿਸੇ ਦੇਸ਼ ਦੇ ਆਪਣਾ ਪ੍ਰਧਾਨ ਮੰਤਰੀ ਦੇ ਰੁਤਬੇ 'ਤੇ ਜੋ ਵਿਅਕਤੀ ਬੈਠਦਾ, ਉਹ ਤਾਨਾਸ਼ਾਹੀ ਨਹੀਂ ਹੋਣਾ ਚਾਹੀਦਾ। ਇਹ ਜਿਹੜਾ ਫੈਸਲੇ ਆ ਤਾਨਾਸ਼ਾਹੀ ਵਾਲੇ ਫੈਸਲੇ ਆ। ਜਦੋਂ ਲੋਕਤੰਤਰ ਦੇ ਵਿੱਚ ਕਿਸਾਨਾਂ ਦੀਆਂ, ਆਮ ਲੋਕਾਂ ਦੀਆਂ, ਵਪਾਰੀਆਂ ਦੀਆਂ, ਹੋਰ ਜਿਹੜੇ ਬਿਜ਼ਨਸਮੈਨ ਆ, ਨੌਕਰੀ ਪੇਸ਼ਾਂ ਦੀਆਂ, ਸਾਰਿਆਂ ਦੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰਾਂ ਚਲਾਉਣੀਆਂ ਚਾਹੀਦੀਆਂ, ਨਾ ਕਿ ਮੈਜੋਰਟੀ ਆ ਗਈ ਜਿਹੜੇ ਮਰਜ਼ੀ ਫੈਸਲੇ ਲਓ। ਇਹ ਜਿਹੜਾ ਲੋਕਤੰਤਰ ਦੇ ਵਿੱਚ ਜਿਹੜੀ ਵਾਧੂ ਮੈਜੋਰਟੀ ਆ ਉਹ ਵੀ ਲੋਕਤੰਤਰ ਲਈ ਖਤਰਾ ਹੁੰਦੀ, ਇਹ ਮੋਦੀ ਸਾਹਿਬ ਨੇ ਸਾਬਤ ਕਰ ਦਿੱਤਾ। ਇਸ ਕਰਕੇ ਲੋਕ ਸਭਾ ਜੋ ਸਾਡਾ ਪਵਿੱਤਰ ਸਦਨ ਹੈ, ਉਹਦੇ ਵਿੱਚ ਇਹੋ ਜਿਹੇ ਕਾਲੇ ਕਾਨੂੰਨ, ਕੋਈ ਵੀ ਕਿਸੇ ਦਾ ਕਾਲਾ ਕਾਨੂੰਨ ਹੈ ਉਹ ਪਾਸ ਨਹੀਂ ਹੋਣਾ ਚਾਹੀਦਾ, ਤਾਂ ਜੋ
ਦੇਸ਼ ਦੇ ਨਾਲ ਨੁਕਸਾਨ ਹੋਵੇ, ਆਰਥਿਕ ਵਿਵਸਥਾ ਨੂੰ ਨੁਕਸਾਨ ਹੋਵੇ। ਤੇ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਹੈ ਇਹ ਤੇ ਇੱਕ ਚਪੇੜ ਹੈ ਆਪਣਾ ਸੁਪਰੀਮ ਕੋਰਟ ਦਾ ਫੈਸਲਾ, ਤੇ ਇਹ ਫੈਸਲੇ ਨੂੰ ਦੇਖਦੇ ਹੋਏ ਹੁਣ ਵੀ ਸ਼ਰਮ ਕਰਨੀ ਚਾਹੀਦੀ ਮੋਦੀ ਸਾਹਿਬ ਨੂੰ, ਇਹ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ। ਇੱਕ ਗੱਲ ਸਮਝਣਾ ਚਾਹਾਂਗੇ, ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ ਪਰ ਕੇਂਦਰ ਸਰਕਾਰ ਨੇ ਅਜੇ ਜਿਹੜਾ ਕਾਨੂੰਨ ਬਣਾਇਆ ਉਸ ਨੂੰ ਰੱਦ ਨਹੀਂ ਕੀਤਾ। ਤੁਹਾਨੂੰ ਕੀ ਲੱਗਦਾ ਕਿਸ ਔਰ ਜਾ ਰਿਹਾ ਹੁਣ ਇਹ ਜਿਹੜਾ ਸੰਘਰਸ਼? ਮੈਂ ਤੁਹਾਨੂੰ ਦੱਸਾਂ ਕਿ ਦੇਸ਼ 'ਚ ਐਂ ਲੱਗਦਾ ਕਿ ਲੋਕਤੰਤਰ ਨਹੀਂ ਹੈ, ਲੋਕਤੰਤਰ ਨਹੀਂ ਹੈ, ਅਨਾਰਕੀ ਹੈ। ਲੋਕਤੰਤਰ ਨਹੀਂ ਹੈ, ਦੇਸ਼ ਤੇ ਤਾਨਾਸ਼ਾਹੀ ਹੈ, ਰਾਜਤੰਤਰ ਹੈ। ਇਹਦੇ ਵਿੱਚ ਪ੍ਰਜਾਤੰਤਰ ਨਹੀਂ ਰਿਹਾ, ਰਾਜਤੰਤਰ ਰਿਹਾ। ਇਹ ਤਾਂ ਐਦਾਂ ਹੋ ਗਿਆ ਮੈਨੂੰ ਮਾਨਣ ਵਾਲੀ ਸਥਿਤੀ ਦੇ ਵਿੱਚ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਮੈਂ ਤੁਹਾਨੂੰ ਇਸ ਗੱਲ ਦੀ ਗਰੰਟੀ ਦਿੰਦਾ ਕਿ ਇਹ ਇਤਿਹਾਸ ਬਣੂਗਾ 100 ਸਾਲ ਬਾਅਦ। ਮੋਦੀ ਸਾਹਿਬ ਨੂੰ ਘੁਟਨੇ ਟੇਕ ਕੇ ਇਹ ਕਾਨੂੰਨ ਵਾਪਸ ਲੈਣੇ ਹੀ ਪੈਣੇ, ਨਹੀਂ ਤਾਂ ਦੇਸ਼ ਦੇ ਵਿੱਚ ਦੇਖੋ ਇੱਕ ਦੇਸ਼ ਦਾ ਸ਼ਾਸਕ ਇੱਕ ਕੁਰਸੀ ਤੇ ਬੈਠਾ ਹੋਵੇ, 70 ਦੇ ਕਰੀਬ ਲੋਕ ਸ਼ਹੀਦ ਹੋ ਗਏ ਹੋਣ ਤੇ ਉਸ ਸ਼ਾਸਕ ਤੇ ਕੋਈ ਅਸਰ ਹੀ ਨਾ ਹੋਵੇ। ਅਮਰੀਕਾ ਦੇ ਵਿੱਚ 4 ਉਹਨਾਂ ਦੀ ਪਾਰਲੀਮੈਂਟ ਤੇ ਵਾਈਟ ਹਾਊਸ ਤੇ ਜਿਹੜਾ ਉਹਨਾਂ ਦੀ ਉੱਥੇ ਹਮਲਾ ਕੀਤਾ ਲੋਕਾਂ ਨੇ, ਜਦੋਂ ਉੱਥੇ 4 ਬੰਦੇ ਮਾਰੇ ਗਏ ਸੀ, ਮੋਦੀ ਸਾਹਿਬ ਨੇ ਟਵੀਟ ਕਰ ਦਿੱਤਾ ਵੀ ਮੈਨੂੰ ਬਹੁਤ ਦੁੱਖ ਹੈ। ਅਮਰੀਕਾ ਦਾ ਤਾਂ 4 ਬੰਦਿਆਂ ਦਾ ਦੁੱਖ ਹੋ ਗਿਆ, ਪਰ ਜਿਹੜੇ ਸਾਡੇ ਗਰੀਬ ਕਿਸਾਨ ਹੈ 70 ਸ਼ਹੀਦ ਹੋ ਗਏ, ਉਹਨਾਂ ਦਾ ਕੋਈ ਟਵੀਟ ਤੇ ਨਾ ਹੀ ਨਹੀਂ ਆ। ਇਹਦਾ ਮਤਲਬ ਇੱਥੋਂ ਦਿਖਦਾ ਵੀ ਕਿੰਨਾ ਦਿਮਾਗ ਦੇ ਵਿੱਚ ਤਾਨਾਸ਼ਾਹੀ ਰਵੱਈਆ ਆ ਗਿਆ, ਕਿੰਨੀ ਇਹਨਾਂ ਦੇ ਵਿੱਚ ਅੜਪਣਾ ਆ ਗਿਆ। ਇਹ ਅੜਪਣੇ ਨਾਲ ਲੋਕਤੰਤਰ ਨਹੀਂ ਚੱਲਦੇ ਹੁੰਦੇ। ਖਾਸ ਕਰਕੇ ਜਿਹੜਾ ਸਾਡਾ ਭਾਰਤ ਦੇਸ਼ ਹੈ, ਵੱਖ-ਵੱਖ ਧਰਮਾਂ ਦਾ, ਵੱਖ-ਵੱਖ ਜਾਤਾਂ ਦਾ, ਵੱਖ-ਵੱਖ ਗਰੀਬਾਂ ਦਾ, ਅਮੀਰਾਂ ਦਾ, ਮੱਧਮ ਵਰਗ ਦਾ ਇਹ ਦੇਸ਼ ਹੈ। ਇਹ ਦੇਸ਼ ਨੂੰ ਤਾਨਾਸ਼ਾਹੀ ਨਾਲ ਨਹੀਂ ਚਲਾ ਸਕਦਾ, ਇਹ ਚਲਾਇਆ ਜਾ ਸਕਦਾ। ਇਹ ਦੇਸ਼ ਨੂੰ ਲੋਕਾਂ ਦੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਲੋਕਾਂ ਦੀਆਂ ਭਾਵਨਾਵਾਂ ਨੂੰ ਪਹਿਲ ਤੇ ਰੱਖ ਕੇ ਇਹ ਦੇਸ਼ ਚਲਾਇਆ ਜਾ ਸਕਦਾ।